Hello students, today we are going to start our next chapter, that is supervision, motivation and leadership. But आज ਆਪਾਂ supervision ਦੇ ਬਾਰੇ ਗੱਲ ਕਰਾਂਗੇ। ਤਾਂ supervision ਕੀ ਹੁੰਦੀ ਹੈ? supervision ਦੋ ਪਾਰਟਸ ਦੇ ਵਿੱਚ ਡਿਵਾਈਡ ਹੈ, super plus vision। मीनिंग फर्स्टली आप करांगे मीनिंग एंड डेफिनेशन ऑफ सुपरविजन। ਹੁਣ देखो सुपरविजन अपना एक ਐਵੇਂ ਦਾ फंक्शन है जो वर्कर्स ਨੂੰ ਕੀ ਦੇਖਦਾ ਵਾ, ਓਵਰਵਿਊ ਕਰਦਾ ਵਾ ਇੰਪਲੋਈਜ਼ ਨੂੰ। ਇੰਪਲੋਈਜ਼ ਕੌਣ ਹੁੰਦੇ? ਆਪਣੇ ਵਰਕਰਸ। ਜਦੋਂ ਉਹ ਕੰਮ ਕਰ ਰਹੇ ਹੁੰਦੇ ਹੈ ਤੇ ਉਹਨਾਂ ਨੂੰ ਕੀ ਪ੍ਰੋਵਾਈਡ ਕਰਦਾ? ਗਾਈਡੈਂਸ, ਠੀਕ ਹੈ, ਇੰਸਟਰਕਸ਼ਨਸ ਐਂਡ ਪ੍ਰੋਪਰ ਤਰੀਕਿਆਂ ਨਾਲ ਕੰਮ ਨੂੰ ਕੰਪਲੀਟ ਕਰਨ ਦੇ ਵਿੱਚ ਉਹ ਆਪਣੀ ਹੈਲਪ ਕਰਦਾ। ਆਰਗੇਨਾਈਜੇਸ਼ਨ ਦੇ ਜਿੰਨੇ ਗੋਲ ਹੁੰਦੇ ਹੈ ਸੁਪਰਵਾਈਜ਼ ਕਰਦਾ ਵਾ। ਹੁਣ ਦੇਖੋ ਕੋਈ ਵੀ ਕੰਮ ਅਗਰ ਆਪਾਂ ਕਿਸੇ ਨੂੰ ਵੀ ਡਿਸਟਰੀਬਿਊਟ ਕਰਦੇ ਹਾਂ ਤਾਂ ਉਹਨੂੰ ਡਿਸਟਰੀਬਿਊਟ ਜਦੋਂ ਆਪਾਂ ਕਰਦੇ ਹਾਂ ਉਸ ਤੋਂ ਬਾਅਦ ਆਪਾਂ ਨੂੰ ਦੇਖਣਾ ਵੀ ਪੈਂਦਾ ਕਿ ਉਹ ਵਰਕਰ ਸਹੀ ਤਰੀਕੇ ਨਾਲ ਉਹ ਕੰਮ ਕਰ ਰਿਹਾ ਵਾ ਜਾਂ ਨਹੀਂ ਕਰ ਰਿਹਾ। ਤਾਂ ਹੁਣ ਆਪਣੇ ਕੋਲ ਜਿਹੜਾ ਵਰਡ ਸੁਪਰਵਿਜ਼ਨ ਹੈ ਇਹ ਦੋ ਕੰਬੀਨੇਸ਼ਨ ਤੋਂ ਬਣਿਆ, ਸੁਪਰ ਐਂਡ ਵਿਜ਼ਨ। ਸੁਪਰ ਕੀ ਹੈ? ਓਵਰ ਐਂਡ ਅਬਵ, ਮਤਲਬ ਦੇਖਣਾ, ਠੀਕ ਹੈ। ਵਿਜ਼ਨ ਮੀਨਸ ਸੀਇੰਗ, ਇਹ ਸਿਰਫ ਆਪਾਂ ਉਹਨਾਂ ਬਾਰੇ ਸੋਚਦੇ ਹਾਂ ਜੋ ਜੋ ਕੰਮ ਕਰ ਰਹੇ ਹੈ ਸੁਪਰ ਤਰੀਕੇ ਨਾਲ। ਵਿਜ਼ਨ ਮੀਨਸ ਕੀ ਹੈ? ਦੇਖਣਾ ਵਰਕਰਸ ਨੂੰ ਜਦੋਂ ਉਹ ਕੰਮ ਕਰ ਰਹੇ ਹੈ। ਅਗਰ ਇਹਨਾਂ ਦੋਨਾਂ ਨੂੰ ਕੰਬਾਈਨ ਕਰ ਦਾਂਗੇ ਤਾਂ ਆਪਣਾ ਕੀ ਬਣ ਜੂਗਾ? ਓਵਰ ਸੀਇੰਗ ਦਾ ਇੰਪਲੋਈਜ਼ ਐਟ ਵਰਕ, ਕਿ ਜਦੋਂ ਕੰਮ ਕਰ ਰਹੇ ਆ ਉਹਨਾਂ ਨੂੰ ਆਪਾਂ ਉਦੋਂ ਕੀ ਕਰਨਾ? ਦੇਖਣਾ। ਤਾਂ ਹੁਣ ਜਿਹੜਾ ਓਵਰਸੀਇੰਗ ਆਫ ਵਰਕ ਹੈ, ਵਰਕ ਇਜ਼ ਕੈਰੀਡ ਐਟ ਆਲ ਲੈਵਲ ਆਫ ਮੈਨੇਜਮੈਂਟ। ਆਲ ਲੈਵਲ ਮੀਨਸ ਆਪਣੀਆਂ ਤਿੰਨ ਲੈਵਲ ਹੁੰਦੀਆਂ, ਟੋਪ ਲੈਵਲ, ਮਿਡਲ ਲੈਵਲ ਐਂਡ ਲੋਅਰ ਲੈਵਲ। ਤਿੰਨਾਂ ਲੈਵਲਸ ਨੂੰ ਪ੍ਰੋਪਰ ਤਰੀਕੇ ਨਾਲ ਦੇਖਦਾ ਵਾ, ਉਹਨਾਂ ਨੂੰ ਫੁੱਲਫਿਲ ਕਰਨ ਦੇ ਵਿੱਚ ਆਪਣੀ ਹੈਲਪ ਕਰਦਾ ਵਾ। ਅਕੋਰਡਿੰਗ ਟੂ ਵੇਟਲਸ ਜਾਂ ਆਪਾਂ ਕੋਈ ਵੀ ਡੈਫੀਨੇਸ਼ਨ ਲੈ ਸਕਦੇ ਹਾਂ। ਸੁਪਰਵਿਜ਼ਨ ਰੈਫਰ ਟੂ ਡਾਇਰੈਕਟ, ਸਿੱਧਾ ਆਪਾਂ ਨੂੰ ਡਾਇਰੈਕਟ ਐਂਡ ਇਮੀਡੀਏਟ ਗਾਈਡੈਂਸ ਵਗੈਰਾ ਪ੍ਰੋਵਾਈਡ ਕਰਦਾ ਵਾ ਤਾਂ ਕਿ ਆਪਣੀ ਟਾਸਕ ਵਗੈਰਾ ਜੋ ਸਬੋਰਡੀਨੇਟਸ ਨੇ ਦਿੱਤੇ ਹੁੰਦੇ ਆ, ਉਹ ਮਤਲਬ ਸੁਪੀਰੀਅਰ ਨੇ ਦਿੱਤੇ ਹੁੰਦੇ ਆ, ਉਹ ਸਹੀ ਤਰੀਕੇ ਨਾਲ ਕੰਪਲੀਟ ਕਰ ਸਕਣ। ਹੁਣ ਦੇਖੋ ਆਪਣੇ ਕੋਲ ਇੱਕ ਵਰਡ ਹੁੰਦਾ ਸੁਪੀਰੀਅਰ, ਇੱਕ ਸਬੋਰਡੀਨੇਟ। ਜੋ ਸੁਪੀਰੀਅਰ ਹੈ ਮੀਨਸ ਹਾਇਰ ਲੈਵਲ, ਮਤਲਬ ਜੋ ਉੱਪਰ ਆਪਾਂ ਨੂੰ ਇੰਸਟਰਕਸ਼ਨ ਵਗੈਰਾ ਪ੍ਰੋਵਾਈਡ ਕਰਦਾ। ਸਬੋਰਡੀਨੇਟ ਕੌਣ ਹੁੰਦੇ ਆ? ਜਿਨ੍ਹਾਂ ਨੇ ਟਾਸਕ ਨੂੰ ਪਰਫੋਰਮ ਕਰਨਾ ਵਾ, ਕੰਮ ਨੂੰ ਕਰਨਾ ਵਾ, ਲੋਅਰ ਲੈਵਲ ਦੇ ਵਿੱਚ ਆ ਜਾਂਦੇ, ਉਹਨੂੰ ਕੀ ਬੋਲ ਦਿੰਦੇ ਆਪਾਂ? ਸਬੋਰਡੀਨੇਟ। ਤਾਂ ਸੁਪਰਵਿਜ਼ਨ ਕੀ ਹੈ? ਮੀਨਸ ਇਸ਼ੂਇੰਗ ਇੰਸਟਰਕਸ਼ਨਸ ਦੇਣਾ ਕਿਹਨਾਂ ਨੂੰ? ਵਰਕਰਸ ਨੂੰ। ਉਹਨਾਂ ਨੂੰ ਆਪਾਂ ਗਾਈਡੈਂਸ ਪ੍ਰੋਵਾਈਡ ਕਰਨੀ, ਕੰਟਰੋਲ ਕਰਨਾ ਤਾਂ ਕਿ ਉਹ ਐਕਟੀਵਿਟੀਜ਼ ਨੂੰ, ਆਪਣੇ ਗੋਲਸ ਨੂੰ ਸਹੀ ਤਰੀਕੇ ਨਾਲ ਕੀ ਕਰ ਸਕਣ, ਉਹ ਪੂਰਾ ਕਰ ਸਕਣ। ਇਹਨੂੰ ਆਪਾਂ ਕੀ ਬੋਲਦੇ ਹਾਂ? ਸੁਪਰਵਿਜ਼ਨ। ਨੈਕਸਟ ਆਪਣੇ ਕੋਲ ਕੀ ਹੈ? ਕਰੈਕਟਰਿਸਟਿਕਸ ਆਫ ਸੁਪਰਵਿਜ਼ਨ। ਕਰੈਕਟਰਿਸਟਿਕਸ ਕੀ ਹੈ? ਫਸਟ ਕੀ ਹੈ? ਇਨੀਸ਼ੀਏਟ ਐਕਸ਼ਨਸ, ਐਕਸ਼ਨ ਨੂੰ ਇਨੀਸ਼ੀਏਟ ਕਰਦਾ ਵਾ, ਪਲੱਸ ਵਰਕ ਇੰਪਲੋਈਜ਼ ਨੂੰ ਕੀ ਕਰਦਾ ਵਾ? ਓਵਰਸੀ। ਓਵਰਸੀ ਕਰਨ ਤੋਂ ਬਾਅਦ ਇਹ ਗਾਈਡੈਂਸ, ਡਾਇਰੈਕਟਿੰਗ, ਉਹਨਾਂ ਨੂੰ ਮੋਟੀਵੇਟ ਕਰਦਾ। ਕਿਹਨਾਂ ਨੂੰ ਕਰੂਗਾ? ਇੰਪਲੋਈਜ਼ ਨੂੰ। ਅਗਰ ਆਪਾਂ ਇੰਪਲੋਈਜ਼ ਨੂੰ ਵਧੀਆ ਤਰੀਕੇ ਨਾਲ ਮਤਲਬ ਇਨਕਰੇਜ ਕਰਦੇ ਰਹਾਂਗੇ ਕੰਮ ਲਈ ਤਾਂ ਉਹ ਹੋਰ ਬੈਟਰ ਤਰੀਕੇ ਨਾਲ ਆਪਣੇ ਗੋਲਸ ਨੂੰ ਕੰਪਲੀਟ ਕਰ ਸਕਦੀ ਹੈ। ਇਸੇ ਕਰਕੇ ਕੀ ਹੈ? ਕੰਟੀਨਿਊਸ, ਮਤਲਬ ਕਦੇ ਖਤਮ ਨਹੀਂ ਹੁੰਦਾ। ਅਗਰ ਆਪਣੇ ਟਾਸਕ ਨਹੀਂ ਖਤਮ ਹੋਣਗੇ ਤਾਂ ਆਪਾਂ ਵਰਕਰਸ ਨੂੰ ਵੀ ਲਗਾਤਾਰ ਦੇਖਾਂਗੇ, ਕੰਟੀਨਿਊਸ ਹੈ। ਨੈਕਸਟ ਕੀ ਹੈ? ਯੂਨੀਵਰਸਲ। ਆਪਾਂ ਪਹਿਲਾਂ ਗੱਲ ਕੀਤੀ ਸੀਗੀ ਜੋ ਓਵਰਸੀਇੰਗ ਆਫ ਵਰਕਰ ਹੈ ਇਜ਼ ਕੈਰੀਡ ਐਟ ਆਲ ਲੈਵਲ ਆਫ ਮੈਨੇਜਮੈਂਟ। ਹਰ ਇੱਕ ਲੈਵਲ ਦਾ ਉੱਪਰ ਚਲਾਇਆ ਜਾਂਦਾ ਤਾਂ ਕੀ ਆਪਣਾ ਯੂਨੀਵਰਸਲ ਹੈ, ਮੀਨਸ ਹਰ ਇੱਕ ਲੈਵਲ ਦੇ ਉੱਪਰ ਆ ਜਾਂਦਾ ਵਾ, ਚਾਹੇ ਉਹ ਟੋਪ ਹੈ, ਚਾਹੇ ਉਹ ਮਿਡਲ ਹੈ, ਚਾਹੇ ਉਹ ਲੋਅਰ ਹੈ। ਫਿਰ ਇਹੀ ਰਿਸਪੋਂਸੀਬਲ ਹੁੰਦਾ ਵਾ ਜੋ ਇਹਨੇ ਕੰਮ ਦੂਸਰਿਆਂ ਤੋਂ ਕਰਵਾਉਣਾ ਵਾ, ਠੀਕ ਹੈ। ਕਿਸ ਤਰੀਕੇ ਨਾਲ ਕਰਵਾ ਰਿਹਾ ਵਾ ਉਹ ਆਪਾਂ ਨੂੰ ਮੈਟਰ ਨਹੀਂ, ਪਰ ਇਹ ਮੈਟਰ ਕਰਦਾ ਵਾ ਕਿ ਉਹ ਜੋ ਕੰਮ ਕਰਵਾ ਰਿਹਾ ਬਟ ਪ੍ਰੋਪਰ ਪਰਫੋਰਮ ਤਰੀਕੇ ਨਾਲ, ਮਤਲਬ ਬੈਟਰ ਵੇ ਦੇ ਵਿੱਚ ਹੋਣਾ ਚਾਹੀਦਾ ਵਾ। ਤਾਂ ਕਿਉਂਕਿ ਆਪਾਂ ਜੋ ਕੰਮ ਜਿਹੜਾ ਪਰਸਨ ਕਰਵਾ ਰਿਹਾ ਰਿਪੋਰਟ ਸਾਰੀ ਉਹਦੇ ਤੋਂ ਲੈਣੀ ਹੈ। ਤਾਂ ਇਟ ਇਸਟੈਬਲਿਸ਼ ਆ ਫੇਸ ਟੂ ਫੇਸ ਕੰਟੈਕਟ, ਇਹ ਜਿਹੜਾ ਇੱਕ ਰਿਲੇਸ਼ਨ ਬਣਾਉਂਦਾ ਵਾ, ਕੰਟੈਕਟ ਕਰਦਾ ਵਾ ਕਿਹਨਾਂ ਦੇ ਵਿੱਚ? ਸੁਪੀਰੀਅਰ ਐਂਡ ਸਬੋਰਡੀਨੇਟਸ ਦੇ ਵਿੱਚ। ਹੁਣ ਸੁਪੀਰੀਅਰਸ ਮਤਲਬ ਜੋ ਇੰਸਟਰਕਸ਼ਨਸ ਵਗੈਰਾ ਪ੍ਰੋਵਾਈਡ ਕਰਦੇ ਆ ਕਿਹਨਾਂ ਨੂੰ? ਸਬੋਰਡੀਨੇਟਸ ਨੂੰ। ਹੁਣ ਸਬੋਰਡੀਨੇਟਸ ਇਹਨਾਂ ਨੂੰ ਕੰਮ ਕਰਕੇ ਵਰਕਰਸ ਮਤਲਬ ਜੋ ਸੁਪੀਰੀਅਰਸ ਇਹਨਾਂ ਨੂੰ ਦੇ ਦਿੰਦੇ ਆ ਤਾਂ ਕਿ ਉਹ ਆਪਣਾ ਕੰਮ ਜੋ ਆਰਗੇਨਾਈਜੇਸ਼ਨ ਦੇ ਗੋਲ ਹੈ ਉਹ ਪੂਰੇ ਹੋ ਸਕਣ। ਫਿਰ ਕਿ ਇਟ ਇਜ਼ ਇੰਟਰਮੀਡੀਏਰੀ ਫੰਕਸ਼ਨ ਬਿਟਵੀਨ। ਇੰਟਰਮੀਡੀਏਰੀ ਹੁੰਦਾ ਜੋ ਆਪਣਾ ਸੈਂਟਰ ਵਾਲਾ ਪਰਸਨ ਹੈ, ਜੋ ਕਿਸੇ ਦੇ ਮਿਡਲ ਦੇ ਵਿੱਚ ਕੰਮ ਕਰਦਾ ਵਾ, ਜੋ ਵੀ ਬਿਟਵੀਨ ਦਾ ਮੈਨੇਜਮੈਂਟ ਐਂਡ ਦਾ ਵਰਕਰ, ਉਹਨੂੰ ਉਹ ਕੌਣ ਕਰਦਾ ਵਾ? ਸੁਪਰਵਾਈਜ਼ ਕਰਦਾ ਵਾ। ਉਹਨੂੰ ਆਪਾਂ ਬੋਲ ਦਿੰਦੇ ਹਾਂ ਇੰਟਰਮੀਡੀਏਰੀ ਫੰਕਸ਼ਨ, ਜਿਹਦਾ ਵਿਚਕਾਰ ਵਾਲਾ ਪਰਸਨ, ਇਹਨਾਂ ਦੇ ਵਿਚਕਾਰ ਵਾਲਾ ਪਰਸਨ ਜੋ ਸੁਪਰਵਾਈਜ਼ਰ ਹੈ ਉਹਨੂੰ ਬੋਲ ਦਿੰਦੇ ਹਾਂ। ਹੁਣ ਨੈਕਸਟ ਆਪਣੇ ਕੋਲ ਕੀ ਹੈ? ਡਾਇਰੈਕਸ਼ਨ ਐਂਡ ਸੁਪਰਵਿਜ਼ਨ। ਡਾਇਰੈਕਸ਼ਨ ਆਪਾਂ ਨੂੰ ਪਤਾ ਵਾ ਕਿ ਜਿਹੜਾ
ਮੈਨੇਜਮੈਂਟ ਦਾ ਬਹੁਤ ਇੰਪੋਰਟੈਂਟ ਪਾਰਟ ਹੈ। ਹੁਣ ਆਪਾਂ ਮੈਨੇਜਮੈਂਟ ਦੇ ਫੰਕਸ਼ਨਸ ਪੜ੍ਹੇ ਸੀ। ਫੋਰਥ ਫੰਕਸ਼ਨ ਆਪਣਾ ਕੀ ਸੀਗਾ? ਡਾਇਰੈਕਸ਼ਨ। ਡਾਇਰੈਕਸ਼ਨ ਦੇ ਨੈਕਸਟ ਅੱਗੇ ਆਪਣੇ ਕੋਲੇ ਜੋ ਪਾਰਟਸ ਹੈ ਉਹਦੇ ਵਿੱਚ ਆਪਣੇ ਕੋਲ ਆਉਂਦਾ ਵਾ ਸੁਪਰਵਿਜ਼ਨ। ਤਾਂ ਜਿਹਦੇ ਵਿੱਚ ਆਪਣੇ ਕੋਲੇ ਕੀ ਇਨਕਲੂਡ ਹੁੰਦਾ ਵਾ? ਡਾਇਰੈਕਸ਼ਨ ਮੀਨਸ ਆਪਾਂ ਕਿਸੇ ਪਰਸਨ ਨੂੰ ਗਾਈਡੈਂਸ ਦੇਣੀ ਹੈ ਕੰਮ ਕਰਨ ਦੇ ਲਈ, ਜਿਹਦੇ ਵਿੱਚ ਕੀ ਇਨਕਲੂਡ ਹੈ ਆਪਣੇ ਕੋਲੇ? ਗਾਈਡੈਂਸ ਐਂਡ issuance of instruction to the subordinate and supervising them when they are at work। ਜਦੋਂ ਕੰਮ ਕਰ ਰਹੇ ਉਹਨਾਂ ਨੂੰ ਆਪਾਂ ਸਹੀ ਤਰੀਕੇ ਨਾਲ ਦੱਸਣਾ ਕਿ ਤੁਸੀਂ ਇਸ ਤਰੀਕੇ ਨਾਲ ਕਰਨਾ। ਅਗਰ ਕੋਈ ਵੀ ਪਰਸਨ ਨਵਾਂ ਔਰਗਨਾਈਜੇਸ਼ਨ ਦੇ ਵਿੱਚ ਆਇਆ, ਉਹਨੂੰ ਉਸ ਔਰਗਨਾਈਜੇਸ਼ਨ ਦੇ ਰੂਲਸ ਰੈਗੂਲੇਸ਼ਨਸ ਬਿਲਕੁਲ ਨਹੀਂ ਪਤਾ ਕਿਸ ਤਰੀਕੇ ਨਾਲ ਫੋਲੋ ਕਰਨੀ ਹੈ, ਤਾਂ ਦੈਨ ਕੌਣ ਕਰਵਾਊਗਾ? ਉਹ ਬਿਲਕੁਲ ਸਾਰੇ ਤਰੀਕਿਆਂ ਨਾਲ ਇੰਸਟਰਕਸ਼ਨਸ ਪ੍ਰੋਵਾਈਡ ਕਰਦਾ। ਆਪਾਂ ਉਹਨਾਂ ਨੂੰ ਕੀ ਪ੍ਰੋਵਾਈਡ ਕਰਦੇ ਹਾਂ? ਇੰਸਟਰਕਸ਼ਨ ਮੀਨਸ ਆਪਾਂ ਡਾਇਰੈਕਟ ਕਰਦੇ ਹਾਂ ਕੰਮ ਨੂੰ ਕਰਨ ਦੇ ਲਈ। ਇਹਦੇ ਵਿੱਚ ਆਪਣੇ ਕੋਲੇ ਕਿਹੜੀ ਆਉਂਦੀ ਹੈ ਜੋ ਮਤਲਬ ਪਰਫੋਰਮ ਹੋਣੇ ਹੁੰਦੇ ਨੇ? ਲੀਡਰਸ਼ਿਪ, ਮੋਟੀਵੇਸ਼ਨ, ਠੀਕ ਹੈ, ਸੁਪਰਵਿਜ਼ਨ, ਇਹ ਸਾਰੇ। ਤਾਂ ਹੁਣ ਡਾਇਰੈਕਸ਼ਨ ਕੀ ਆਪਣਾ? ਡਿਫਰੈਂਸ ਬਿਟਵੀਨ ਡਾਇਰੈਕਸ਼ਨ ਐਂਡ ਸੁਪਰਵਿਜ਼ਨ। ਡਾਇਰੈਕਸ਼ਨ ਕੀ ਆਪਣਾ? ਵਾਈਡਰ ਸਕੋਪ, ਮਤਲਬ ਇਹ ਜ਼ਿਆਦਾ ਸਕੋਪ ਵੱਡਾ ਕਿਉਂ ਹੈ? ਕਿਉਂਕਿ ਇਹਦੇ ਅੰਡਰ ਪਾਰਟ ਆਉਂਦੇ ਨੇ ਕਮਿਊਨੀਕੇਸ਼ਨ, ਲੀਡਰਸ਼ਿਪ, ਸੁਪਰਵਿਜ਼ਨ, ਮੋਟੀਵੇਸ਼ਨ। ਤਾਂ ਜੋ ਸੁਪਰਵਿਜ਼ਨ ਹੈ ਫਿਰ ਕਿਹਦਾ ਪਾਰਟ ਹੋ ਗਿਆ? ਡਾਇਰੈਕਸ਼ਨ ਦਾ, ਕਿਉਂਕਿ ਡਾਇਰੈਕਸ਼ਨ ਦੇ ਵਿੱਚ ਆਪਣੇ ਕੋਲ ਪਾਰਟ ਆ ਗਏ ਨਾ ਅੱਗੇ ਦੀ ਅੱਗੇ। ਆਪਾਂ ਕਮਿਊਨੀਕੇਸ਼ਨ ਦੀ ਗੱਲ ਕਰਦੇ ਹਾਂ, ਸੁਪਰਵਿਜ਼ਨ ਦੀ, ਤਾਂ ਦੈਨ ਆਪਣੇ ਕੋਲ ਸੁਪਰਵਿਜ਼ਨ ਕੀ ਹੈ? ਇੱਕ ਬਹੁਤ ਹੀ ਇੰਪੋਰਟੈਂਟ ਪਾਰਟ ਹੁੰਦਾ ਕਿਹਦਾ? ਡਾਇਰੈਕਸ਼ਨ ਦਾ। ਲੈਵਲ ਆਫ ਪਰਫੋਰਮੈਂਸ, ਇਹਨੂੰ ਪਰਫੋਰਮ ਕਰਨ ਦੇ ਲਈ ਜੋ ਆਪਾਂ ਪਰਫੋਰਮ ਕਰਦੇ ਹਾਂ, ਡਾਇਰੈਕਸ਼ਨ ਆਪਣਾ ਕੀ ਹੈ? ਹਾਇਰ ਲੈਵਲ, ਮਤਲਬ ਉੱਪਰ ਹੁੰਦਾ ਵਾ। ਔਰ ਜੋ ਸੁਪਰਵਿਜ਼ਨ ਹੈ ਇਹ ਕਿਹੜੇ ਲੈਵਲ 'ਤੇ ਆਉਂਦੀ ਹੈ? ਫਿਰ ਇਹ ਲੋਅਰ ਲੈਵਲ 'ਤੇ, ਕਿਉਂਕਿ ਉਹਦੇ ਅੰਡਰ ਆ ਗਿਆ। ਜਦੋਂ ਕਿਸੇ ਚੀਜ਼ ਦੇ ਅੰਡਰ ਆਉਂਦੀ ਹੈ ਤਾਂ ਦੈਟ ਮੀਨਸ ਉਹ ਕੀ ਹੁੰਦੀ? ਆਪਣੀ ਲੋਅਰ ਅਥੋਰਿਟੀ ਹੁੰਦੀ ਹੈ। ਨੈਕਸਟ ਆਪਣੇ ਕੋਲ ਹੈ ਸਬਸਟਾਂਸ, ਕਿ ਆਪਾਂ ਕਿਹਦੇ ਤੋਂ ਲਿਆ ਗਿਆ। ਹੁਣ ਇਹ ਕਿਹਦੇ ਨਾਲ ਰਿਲੇਟ ਕਰਦਾ ਵਾ? ਜੋ ਵਿਦ ਦਾ ਇੰਪਲੀਮੈਂਟੇਸ਼ਨ ਆਫ ਪੋਲਿਸੀਜ਼ ਆਫ ਬਿਜ਼ਨਸ ਦੀਆਂ ਪੋਲਿਸੀਜ਼ ਨੂੰ ਆਪਾਂ ਕਿਸ ਤਰੀਕੇ ਨਾਲ ਇੰਪਲੀਮੈਂਟ ਕਰਨਾ। ਔਰ ਇਹ ਕੀ ਹੈ? ਜਿਹੜਾ ਸੁਪਰਵਿਜ਼ਨ ਹੈ ਇਹ ਆਪਣੀ ਹੈਲਪ ਕਰਦਾ ਵਾ। ਇਟ ਹੈਲਪ ਦਾ ਹਾਇਰ ਲੈਵਲ ਮੈਨੇਜਮੈਂਟ ਇਨ ਅਟੇਨਿੰਗ ਦਾ ਗੋਲਸ ਆਫ ਦਾ ਆਰਗਨਾਈਜੇਸ਼ਨ ਬਾਈ ਕੰਟਰੋਲਿੰਗ ਦਾ ਐਕਟੀਵਿਟੀਜ਼ ਆਫ ਵਰਕਰਸ। ਜੋ ਵੀ ਆਰਗਨਾਈਜੇਸ਼ਨ ਨੂੰ ਆਪਾਂ ਕੰਟਰੋਲ ਕਰਨਾ, ਉਹ ਸਾਰੀਆਂ। ਨੈਕਸਟ ਕੀ ਆਪਣੇ ਕੋਲੇ? ਡਾਇਰੈਕਟ ਕੰਟੈਕਟ। ਇਹ ਡਾਇਰੈਕਟ ਕੰਟੈਕਟ ਨਹੀਂ ਕਰਦਾ ਕਿਉਂਕਿ ਇਹਨੇ ਅੱਗੇ ਦੀ ਅੱਗੇ ਕੰਮ ਜੋ ਬਸ ਗਾਈਡੈਂਸ ਦਿੱਤੀ, ਅੱਗੇ ਵਰਕਰ ਆਪਣੇ ਕੋਲ ਸੁਪਰਵਾਈਜ਼ਰ ਆ ਗਿਆ, ਠੀਕ ਹੈ, ਸੁਪਰਵਾਈਜ਼ਰ ਆ ਗਿਆ, ਹੋਰ ਆ ਗਏ, ਉਹਨਾਂ ਨੇ ਆਪਣੇ ਆਪ ਕਰਵਾਉਣਾ। ਤਾਂ ਕੋਈ ਡਾਇਰੈਕਟ ਕੰਟੈਕਟ ਨਹੀਂ ਕਿੰਨਾ ਵਿਚਕਾਰ? ਸੁਪੀਰੀਅਰ ਐਂਡ ਸਬੋਰਡੀਨੇਟਸ ਦੇ ਵਿੱਚ। ਬਟ ਇਹਦੇ ਵਿੱਚ ਆਪਣਾ ਫੇਸ ਟੂ ਫੇਸ ਆ। ਸੁਪਰਵਿਜ਼ਨ ਦਾ ਮੇਨ ਕੰਮ ਹੀ ਇਹ ਹੁੰਦਾ ਵਾ, ਜਦੋਂ ਵਰਕਰਸ ਨੂੰ ਦੇਖਦਾ ਵਾ ਤਾਂ ਉਹ ਸਭ ਤੋਂ ਪਹਿਲਾਂ ਆਪਣਾ ਫੇਸ ਟੂ ਫੇਸ ਕੰਟੈਕਟ ਬਣਾਉਂਦਾ ਵਾ ਕਿ ਡਾਇਰੈਕਟ ਕੰਟੈਕਟ ਉਹ ਬਣਾ ਸਕੇ। ਇਹਦਾ ਜੋ ਨੇਚਰ ਕੀ ਹੈ? ਇਨੀਸ਼ੀਏਟਸ, ਕੰਮ ਨੂੰ ਆਪਾਂ ਐਕਸ਼ਨਸ ਦੇ ਵਿੱਚ ਲੈਣਾ। ਇਹ ਕੀ ਕਰਦਾ? ਉਹਨਾਂ ਨੂੰ ਜੋ ਪਲੈਨਸ ਅਕੋਰਡਿੰਗ ਟੂ ਆਪਾਂ ਪਲੈਨਸ ਕੀਤੇ ਹੁੰਦੇ ਨੇ ਉਹਦੇ ਅਕੋਰਡਿੰਗ ਇਹਨਾਂ ਨੇ ਕੀ ਕਰਨਾ? ਸੁਪਰਵਾਈਜ਼ਰ ਨੇ ਪਰਫੋਰਮ ਕਰਨਾ ਵਾ। ਨੈਕਸਟ ਆਪਣੇ ਕੋਲ ਕੀ ਹੈ ਟੌਪਿਕ? ਪੋਜੀਸ਼ਨ ਐਂਡ ਰੋਲ ਆਫ ਸੁਪਰਵਾਈਜ਼ਰ। ਹੁਣ ਇੱਕ ਸੁਪਰਵਾਈਜ਼ਰ ਦਾ ਆਪਾਂ ਮੀਨਿੰਗ ਕਰ ਲਿਆ ਕਿ ਵਰਕਰਸ ਨੂੰ ਦੇਖਦਾ ਵਾ, ਠੀਕ ਹੈ, ਕਿਸ ਤਰੀਕੇ ਨਾਲ ਦੇਖਦਾ ਵਾ ਉਹ ਆਪਾਂ ਦੇਖ ਲਿਆ ਕਿ ਸਹੀ ਤਰੀਕੇ ਨਾਲ ਕੰਮ ਨੂੰ ਕਰ ਰਹੇ ਹੈ ਜਾਂ ਨਹੀਂ ਕਰ ਰਹੇ। ਅਗਰ ਨਹੀਂ ਕਰ ਰਹੇ ਤਾਂ ਕਿੱਥੇ ਕੀ ਕਮੀ ਹੈ ਉਹ ਆਪਾਂ ਕੰਪਲੀਟ ਕਰਦੇ ਹਾਂ, ਠੀਕ ਹੈ। ਇਹਨਾਂ ਦੀ ਮੇਨ ਪੋਜੀਸ਼ਨ ਕੀ ਹੈ? ਜੋ ਪੋਜੀਸ਼ਨ ਹੈ ਇਹ ਆਪਣਾ ਲਿੰਕ ਬਣਾ ਕੇ ਰੱਖਦੀ ਹੈ। ਸੁਪਰਵਾਈਜ਼ਰ ਦਾ ਮੇਨ ਜੋ ਪੋਜੀਸ਼ਨ ਹੈ ਉਹ ਕਿਹਦੇ ਨਾਲ ਲਿੰਕ ਬਣਾਉਂਦੀ ਹੈ? ਸੁਪੀਰੀਅਰ ਐਂਡ ਸਬੋਰਡੀਨੇਟ ਦੇ ਨਾਲ। ਪਹਿਲਾਂ ਤਾਂ ਆਪਾਂ ਨੂੰ ਪਤਾ ਹੈ ਕਿ ਹਰ ਇੱਕ ਲੈਵਲ ਦੇ ਵਿੱਚ ਆਉਂਦਾ ਵਾ। ਉਸ ਤੋਂ ਬਾਅਦ ਜਦੋਂ ਤੁਸੀਂ ਇਹਦਾ ਮੇਨ ਲਿੰਕ ਯਾਦ ਰੱਖਣਾ ਵਾ, ਉਹ ਲਿੰਕ ਆਪਣੇ ਕੋਲੇ ਕੀ ਹੈ? ਲਿੰਕ ਬਿਟਵੀਨ ਦਾ ਟੌਪ ਮੈਨੇਜਮੈਂਟ ਐਂਡ ਇੰਪਲੋਈਜ਼। ਸੋ ਹੀ ਟੈਲ ਦਾ ਵਰਕਰ ਵਟ ਮੈਨੇਜਮੈਂਟ ਐਕਸਪੈਕਟ, ਕਿ ਮੈਨੇਜਮੈਂਟ ਕੀ ਐਕਸਪੈਕਟ ਕਰ ਰਹੀ ਹੈ ਉਹਨਾਂ ਤੋਂ ਫਰੋਮ ਦੈਮ on the one hand and reports of management about the expectation of worker on the other। ਜੋ ਵੀ ਆਪਾਂ ਉਹਨਾਂ ਤੋਂ ਐਕਸਪੈਕਟ ਕਰ ਰਹੇ ਉਹਦੇ ਅਕੋਰਡਿੰਗ ਹੈ। ਮੇਨ ਇਹਦੀ ਪੋਜੀਸ਼ਨ ਇਹ ਹੁੰਦੀ ਹੈ। ਕੀ ਪੋਜੀਸ਼ਨ ਹੈ? ਕਿ ਲਿੰਕ ਬਣਾ ਕੇ ਰੱਖਦਾ ਵਾ। ਲਿੰਕ ਬਿਟਵੀਨ ਦਾ ਟੌਪ ਮੈਨੇਜਮੈਂਟ ਐਂਡ ਦਾ ਇੰਪਲੋਈਜ਼। ਨੈਕਸਟ ਆਪਣੇ ਕੋਲ ਕੀ ਹੈ? ਰੋਲ। ਹੁਣ ਦੇਖੋ ਇਹਦਾ ਰੋਲ ਕੀ ਹੈ, ਕੀ ਕੰਮ ਕੀ ਹੈ ਇਹਦਾ। ਹੁਣ ਜੋ ਦੇਖੋ ਆਪਣਾ ਡਾਇਰੈਕਟਿੰਗ ਮੇਨ ਪਾਰਟ ਹੈ। ਡਾਇਰੈਕਟਿੰਗ ਆਪਾਂ ਨੂੰ ਦੱਸਤਾ, ਠੀਕ ਹੈ। ਹੁਣ ਆਪਾਂ ਸਿਰਫ ਫਾਰਮੂਲੇਟ ਜੋ ਕੀਤਾ ਸੀ, ਜੋ ਹੁਣ ਆਪਾਂ ਉਹਨਾਂ ਨੂੰ ਐਕਚੁਅਲ ਦੇ ਵਿੱਚ ਪ੍ਰੈਕਟੀਕਲ ਸ਼ੇਪ ਦੇਣੀ ਆ, ਉਹ ਕੌਣ ਦਊਗਾ? ਇੱਕ ਸੁਪਰਵਾਈਜ਼ਰ। ਉਹਦਾ ਮੇਨ ਕੀ ਕੰਮ ਆ ਗਿਆ ਇਹਦੇ ਵਿੱਚ? ਰੋਲ ਕੀ ਆ ਗਿਆ? ਕਿ ਉਹਨੇ ਉਹਨਾਂ ਕੰਮਾਂ ਨੂੰ ਕੀ ਦੇਣੀ ਹੈ? ਪ੍ਰੈਕਟੀਕਲ ਸ਼ੇਪ ਟੂ ਦੀਸ ਥਰੂ ਦਾ ਜੋ ਵੀ ਵਰਕਰਸ ਕੰਮ ਕਰ ਰਹੇ ਨੇ। ਤਾਂ the supervisor give orders, issue instruction and explain the policies of organization to the worker in order to achieve the objective of the
ਕੰਪਨੀ, ਤਾਂ ਕਿ ਉਹ ਕੰਪਨੀ ਦੇ ਜੋ ਵੀ ਆਰਡਰਸ ਹੈ, ਜੋ ਆਬਜੈਕਟਿਵਸ ਹੈ, ਉਹ ਪੂਰੇ ਹੋ ਸਕਣ। ਕਲੀਅਰ। ਤਾਂ ਹੁਣ ਇਹਨਾਂ ਨੂੰ ਆਪਾਂ ਟੋਟਲ ਸਮ ਅਪ ਕਰ ਦਿੰਦੇ ਹਾਂ, ਪੋਜੀਸ਼ਨ ਐਂਡ ਰੋਲ। ਤਾਂ ਦੇਖੋ ਉਹਨਾਂ ਨੇ ਆਪਾਂ ਨੂੰ ਕੀ ਕਿਹਾ, ਟੂ ਸਮ ਅਪ ਇਟ ਇਜ਼ ਕਲੀਅਰ ਦੈਟ ਦਾ ਪੋਜੀਸ਼ਨ ਆਫ ਸੁਪਰਵਾਈਜ਼ਰ ਇਨ ਆਰਗੇਨਾਈਜੇਸ਼ਨ ਇਜ਼ ਸੇਮ that in the hub in the cycle। देखो ਹੁਣ सुपरवाइजर की इज़ द लीडर ऑफ द ग्रुप ऑफ वर्कर्स किया ऑन द वन हैंड एंड रिप्रेजेंटेटिव द मैनेजमेंट ऑन द अदर। मतलब उन्होंने एक की है सुपरवाइजर एक ऐदा दी है कि वर्कर्स तो एक्सपैक्ट आप की कर रहे हैं वो करवा के मैनेजमेंट में आप की देना वा वह रिप्रेजेंट करना वा। नैक्सट अपने को लिखी है फंक्शनस ऑफ सुपरवाइजर। सुपरवाइजर दे की फंक्शन है, की काम करता। सब तो पहला मेन काम की हुंदा, शेड्यूलिंग द एक्टिविटी। तुसीं इहनूं प्रोनंसिएशन जिद्दां मर्जी कर सकते हो, स्कैजूल भी बोल सकते हो, ठीक है। तो स्कैजूलिंग या शेड्यूलिंग द एक्टिविटीज़ की है, जो आप एक्टिविटीज़ बनाईयां उन्होंने एक्चुअल दे विच शेप दिंदा वा, उन्होंने कंप्लीट करता वा। तो ये की है सुपरवाइजर ने जो जो एक्टिविटीज़ बनाईयां हुंदियां वा उन्होंने आप परफॉर्म करना, ये डिसाइड करता है। ही डिटरमाइन द टाइम फॉर ईच एक्टिविटी एंड टोटल टाइम रिक्वायर्ड फॉर कंप्लीशन ऑफ ऑपरेशन, कि आपां नूं किहड़ी चीज़ चाहिए है। तो बेसिक परपज़ की हुंदा वा शेड्यूलिंग इज़ दैट एवरी एक्टिविटी इज़ कंप्लीटेड एज पर शेड्यूल, कि जोड़ा आप टाइम टेबल मतलब इनू आप एक टाइम टेबल के अकॉर्डिंग भी बोल सकते हैं, कि जो बनाया होया एक प्रॉपर टेबल प्रॉपर चार्ट बनाया होया उहदे अकॉर्डिंग ये काम हो रहा। फिर वो काम आप चलो शेड्यूलिंग कर ली, शेड्यूलिंग तो बाद आप की करते हैं गाइडेंस, गाइडेंस देनी बहुत जरूरी है, ठीक है, काम किस तरीके ना। फिर गाइडेंस तो बाद उन्होंने इंस्ट्रक्शन देनी वर्कर्स नू टाइम टू टाइम क्योंकि किस तरीके ना उन्होंने काम नू करना, ऑर्डर्स एंड इंस्ट्रक्शंस प्रोवाइड करनिया ताकि वो अपन प्रॉब्लम्स नू सही तरीके ना कर सकन। जिहड़ियां इन्हां दियां प्रॉब्लम्स हुंदियां उन्हां नू आपां सही तरीके ना सॉल्व करना। सॉल्व होने देखो आप किमें करता, उन्होंने इंस्ट्रक्शन प्रोवाइड करके। नैक्सट अपने को लिखिए सिलेक्शन ऑफ वर्कर्स। वर्कर्स को सिलेक्ट करने के लिए क्या हो, चाहे अपने को लार्ज ऑर्गेनाइजेशन है चाहे अपनी स्मॉल नैल है, सुपरवाइजर अपनी हमेशा सेंट्रल फिगर रही है, वो दसदी आपां नूं डिस्क्राइब करती है जॉब की स्पैसीफिकेशनस है, ठीक है, की स्पैशलाइजेशन है, उन्होंने ड्यूटीज़ की है, की रिस्पॉन्सिबिलिटीज़ है, ये सारियां ही वो आपां नूं होर की दसदी है। ले डाउन द मिनीमम स्टैंडर्ड ऑफ स्किल्स एंड एबिलिटी जो भी कैंडीडेट्स तो आप सिलेक्ट किए होंगे। फिर उस तो बाद सिलेक्शन ऑफ वर्कर्स तो करन तो बाद आपां नवे तरीके नवे मैथड इंट्रोड्यूस करने हैं। हुण देखो अगर आप पुराना मैथड ही रिपीट करते जावांगे तो उहदे नाल तां मतलब वर्कर्स भी बोर हो जाते हैं, ठीक है। अगर आप देखो हम कोई भी टारगेट्स कंप्लीट करते हैं, आप कोई भी ऑर्गेनाइजेशन जी बिजनेस एक सक्सैसफुल कदों होंदा जदों उहदे कोल नवे आइडियाज़ नवी मतलब जो भी चीज़ां कर रहे हैं, नवी थिंकिंग सारे कुछ नवा प्लैनस होंदा, तो नवे मैथड होणगे काम नूं करन दे तो ईजीली हो जाता। ताकि ये बहुत ही इंपॉर्टेंट टास्क है सुपरवाइजर का, टू इंट्रोड्यूस न्यू मैथड फॉर इंक्रीजिंग द प्रोडक्शन इंक्रीज़ करने के लिए नवे नवे मैथड्स नूं आपां इंट्रोड्यूस करना। तो नाल दी नाल ही कंस्टेंटली गिव थॉट टू द पॉइंट दैट हाउ द इंप्रूवमेंट कैन बी, आप जो भी पुराने मैथड्स उन्होंने किस तरीके नाल प्रोडक्टिविटी नूं वधा सकते हैं, ठीक है। फिर हुण देखो नवे मैथड्स आ चलो आप दसते, उस तो बाद नवे मैथड नूं दस्सण तो बाद आपां की प्रोवाइड करनी है ट्रेनिंग, वर्कर नूं की प्रोवाइड करनी है ट्रेनिंग बहुत इंपॉर्टेंट पार्ट हुंदा, क्योंकि कई वर्कर्स इदां दे हुंदे ने जिन्हां नूं नॉलेज नहीं हुंदी, मतलब घट नॉलेज हुंदी है। तो अगर उन्होंने आप टाइम ट्रेनिंग प्रोवाइड कर देंगे तो काम नूं सही तरीके नाल अचीव कर लेंदे ने। फिर कंट्रोलिंग हुण देखो अगर आप प्लैनिंग भी कर ली सारा कुछ कर लिया बट कंट्रोलिंग ही नहीं तो अपने टारगेट्स टाइम के उपर कंप्लीट ही नहीं होणगे। तो इस करके किया ही एग्जामिन द वर्क मैथड एंड सी वैदर द वर्क इज़ बीइंग कैरीड अकॉर्डिंग टू शेड्यूल, कि शेड्यूल के अकॉर्डिंग हो रहा है। ये मेन इत्थे जो शेड्यूल के अकॉर्डिंग हो रहा दैट मीनस उत्थे की अपनी कंट्रोलिंग। फिर आप की प्रोवाइड करना उन्होंने मोटिवेशन अपने को आप काम किस तरीके ना कर रहे हैं, ठीक है, उन्होंने आप टाइम टू टाइम की प्रोवाइड करते रहना मोटिवेट। अगर वर्कर्स के लिए थोड़ा जा भी अगर आप 100% चो अगर उन्होंने 5% भी ये कह देंगे कि तुसीं वधिया तरीके ना काम कर रहे हो तो वो अगे तो होर बैटर करते हैं कि सानू मतलब ज़्यादा तरीके ना कह सकन। तो अनदर अपना इंपॉर्टेंट फंक्शन होंदा वा कि आप उन्होंने कॉन्फिडेंस राइज किस तरीके ना करांगे, मोटिवेशन प्रोवाइड करके उन्होंने वधिया तरीके ना आप प्रोवाइड करना, इंस्पायर करते रहना वा। प्रॉपर इंसेंटिव दो तरीके दे हुंदे ने,
ਕਿਹੜੇ ਹੁੰਦੇ ਨੇ, ਇੱਕ ਮੋਨੇਟਰੀ ਫਾਰਮ 'ਚ ਹੁੰਦਾ ਵਾ, ਇੱਕ ਨਾਨ ਮੋਨੇਟਰੀ। ਮੋਨੇਟਰੀ ਆਪਣਾ ਕਿਹੜਾ ਹੁੰਦਾ, ਜੋ ਆਪਾਂ ਮਨੀ ਦੀ ਫਾਰਮ 'ਚ ਉਹਨਾਂ ਨੂੰ ਹੈਲਪ ਕਰਦੇ ਹਾਂ, ਅਗਰ ਤੁਸੀਂ ਕੰਮ ਬੈਟਰ ਕਰੋਗੇ ਤੁਹਾਡਾ ਪੇ ਸਕਿੱਲ ਇਨਕਰੀਜ਼ ਕਰ ਦਾਂਗੇ। ਜਾਂ ਫਿਰ ਨਾਨ ਮੋਨੇਟਰੀ ਕਿ ਅਦਰਵਾਈਜ਼ ਆਪਾਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਫਾਈਨੈਂਸ਼ੀਅਲ ਅਕੋਮੋਡੇਸ਼ਨ ਮਤਲਬ ਹਾਊਸ ਵਗੈਰਾ ਪ੍ਰੋਵਾਈਡ ਕਰ ਦੇਣਾ, ਇਹ ਸਾਰੀਆਂ ਚੀਜ਼ਾਂ। ਫਿਰ ਲਿੰਕਮੈਨ, ਹੁਣ ਆਪਾਂ ਨੂੰ ਪਤਾ ਲਿੰਕ ਕਿਹਦੇ ਵਿੱਚ ਬਣਾ ਕੇ ਰੱਖਦਾ ਵਾ, ਸੁਪੀਰੀਅਰ ਐਂਡ ਸਬੋਰਡੀਨੇਟਸ ਦੇ ਵਿੱਚ। ਮਤਲਬ ਆਪਣਾ ਮੇਨ ਇਹਦਾ ਜਿਹੜਾ ਲਿੰਕ ਹੁੰਦਾ ਵਾ, ਅਗਰ ਆਪਾਂ ਸੁਪਰਵਾਈਜ਼ਰ ਦੀ ਗੱਲ ਕਰੀਏ, ਇਹਦਾ ਲਿੰਕ ਮੈਨੇਜਮੈਂਟ ਅਤੇ ਇੰਪਲੋਈਜ਼ ਨਾਲ ਹੁੰਦਾ ਵਾ। ਇਹ ਤਾਂ ਵਿਚਕਾਰ ਵਾਲਾ ਪਰਸਨ ਹੈ। ਅਗਰ ਹੁਣ ਦੇਖੋ ਇਹ ਪ੍ਰੋਬਲਮਸ ਵਰਕਰਸ ਦੀਆਂ ਸੁਣੂਗਾ, ਜੋ ਗ੍ਰੀਵੀਅੰਸ ਵਗੈਰਾ ਹੁੰਦੀਆਂ, ਫਿਰ ਹੀ ਆਪਾਂ ਉਹਨਾਂ ਨੂੰ ਸੋਲਵ ਕਰਾਂਗੇ। ਇਹ ਲਿੰਕ ਕਿਹਨਾਂ ਦੇ ਵਿਚਕਾਰ ਹੁੰਦਾ ਵਾ, ਮੈਨੇਜਮੈਂਟ ਐਂਡ ਦਾ ਵਰਕਰ। ਇਹਨਾਂ ਦੋਨਾਂ ਦੇ ਵਿੱਚ ਆਪਣਾ ਇੱਕ ਲਿੰਕ ਬਣਾ ਕੇ ਰੱਖਦਾ ਵਾ। ਆਪਾਂ ਉਹਨਾਂ ਨੂੰ ਮੈਸੇਜ ਨੂੰ ਕਨਵੇ ਕਰਨਾ, ਪਲੈਨਸ ਪੋਲਿਸੀ ਦੱਸਦੇ ਰਹਿਣਾ, ਤਾਂ ਕਿ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਹੈ, ਜੋ ਦੇਖੋ ਇਹਦੇ ਵਿੱਚ ਕੀ ਹੈ, ਗ੍ਰੀਵੀਅੰਸ ਹੁੰਦਾ, ਮੁਸ਼ਕਿਲਾਂ, ਕੰਪਲੇਨਸ ਹੈ, ਉਹਨਾਂ ਦੀਆਂ ਕੋਈ ਕੰਪਲੇਨ ਆ ਰਹੀ ਹੈ ਤਾਂ ਉਹਨਾਂ ਨੂੰ ਮਤਲਬ ਮੈਨੇਜਮੈਂਟ ਦਾ ਮੇਨ ਕੰਮ ਕੀ ਹੁੰਦਾ, ਵਰਕਰਸ ਨੂੰ ਕੀ ਪ੍ਰੋਵਾਈਡ ਕਰਨਾ, ਸੁਜੈਸ਼ਨ, ਉਹਨਾਂ ਦੀਆਂ ਮੁਸ਼ਕਿਲਾਂ ਦਾ ਆਪਾਂ ਹੱਲ ਕੱਢ ਦੇਣਾ। ਫਿਰ ਆਪਾਂ ਰਿਪੋਰਟਿੰਗ ਆਪਣੀ ਬਹੁਤ ਇਹਦੇ ਵਿੱਚ ਮੇਨ ਪੁਆਇੰਟ ਆਉਂਦਾ ਵਾ ਕਿ ਆਪਾਂ ਉਹਨਾਂ ਨੂੰ ਰਿਪੋਰਟਸ ਵਗੈਰਾ, ਠੀਕ ਹੈ, ਟਾਈਮ ਟੂ ਟਾਈਮ ਮਤਲਬ ਜੇ ਅਗਰ ਆਪਾਂ ਪ੍ਰਪੇਅਰ ਕਰਾਂਗੇ ਜੋ ਕੰਮ ਬਣਾਇਆ ਹੋਇਆ ਵਾ, ਉਹਦੇ ਨਾਲ ਈਜ਼ੀ ਹੋ ਜਾਂਦਾ ਵਾ। ਫਿਰ ਆਪਣੇ ਕੋਲ ਇੱਕ ਹੈ ਡਿਸਿਪਲਿਨ। ਮੇਨ ਆਪਣੇ ਕੋਲ ਕੀ ਹੋਣਾ ਬਹੁਤ ਜ਼ਰੂਰੀ ਹੈ, ਡਿਸਿਪਲਿਨ। ਸੁਪਰਵਾਈਜ਼ਰ ਇਨਕਰੇਜ ਦਾ ਵਰਕਰ ਫॉर ਮੇਨਟੇਨਿੰਗ ਪ੍ਰੋਪਰ ਡਿਸਿਪਲਿਨ। ਉਹਨਾਂ ਨੂੰ ਮਤਲਬ ਪ੍ਰੋਪਰ ਡਿਸਿਪਲਿਨ ਦੇ ਵਿੱਚ ਰਹਿਣ ਦੀ ਇਹ ਸਾਰੀਆਂ ਤਰੀਕਿਆਂ ਨਾਲ ਹੈਬਿਟ ਅਗਰ ਆਪਾਂ ਪਹਿਲਾਂ ਤੋਂ ਹੀ ਪਾ ਦਾਂਗੇ, ਠੀਕ ਹੈ, ਉਹਨਾਂ ਨੂੰ ਦੱਸ ਦਾਂਗੇ ਕਿ ਆਪਣੇ ਇਹ ਰੂਲਸ ਹੈ, ਇਹ ਟਾਈਮਿੰਗ ਆਉਣ ਦੀ, ਇਹ ਜਾਣ ਦੀ ਹੈ, ਜਾਂ ਇੰਨਾ ਆਪਾਂ ਨੂੰ ਟਾਈਮ ਡੇਲੀ ਕੰਪਲੀਟ ਚਾਹੀਦਾ, ਤਾਂ ਉੱਦਾਂ ਦੀ ਉਹਨਾਂ ਦੀ ਹੈਬਿਟ ਬਣ ਜੂ। ਤਾਂ ਹੈਬਿਟ ਕਿਹਨੇ ਪਾਉਣੀ ਹੁੰਦੀ, ਇੱਕ ਸੁਪਰਵਾਈਜ਼ਰ ਨੇ, ਇੱਕ ਆਰਗੇਨਾਈਜੇਸ਼ਨ ਨੇ। ਤਾਂ ਉਹ ਕਹਿੰਦੇ ਫਿਰ ਹੀ ਆਪਣੇ ਟਾਰਗੇਟਸ ਕੰਪਲੀਟ ਹੁੰਦੇ ਨੇ ਜਦੋਂ ਵਰਕਰਸ ਪ੍ਰੋਪਰ ਡਿਸਿਪਲਿਨ ਦੇ ਵਿੱਚ ਰਹਿ ਕੇ ਕੰਮ ਨੂੰ ਕੰਪਲੀਟ ਕਰਦੇ ਨੇ। ਮਤਲਬ ਪੰਚੁਅਲਿਟੀ ਬਹੁਤ ਜ਼ਿਆਦਾ ਹੋਣੀ ਬਹੁਤ ਜ਼ਰੂਰੀ ਹੈ, ਠੀਕ ਹੈ। ਫਿਰ ਆਪਣੇ ਕੋਲ ਇੱਕ ਹੈ ਸੇਫਟੀ। ਬਿਜ਼ਨਸ ਦੇ ਵਿੱਚ ਆਪਣਾ ਬਹੁਤ ਇੰਪੋਰਟੈਂਟ ਕੀ ਹੈ, ਸੇਫਟੀ, ਸੇਫ ਰਹਿਣਾ। ਆਪਾਂ ਕੀ ਨੈਸੈਸਰੀ ਸਟੈਪ ਇਨ ਆਰਡਰ ਟੂ ਅਵੋਇਡ ਐਨੀ ਲੋਸ ਔਰ ਡੈਮੇਜ ਆਫ ਪ੍ਰੋਪਰਟੀ। ਇਹਨਾਂ ਸਾਰੀਆਂ ਚੀਜ਼ਾਂ ਤੋਂ ਆਪਾਂ ਬਚਾਉਣਾ ਹੀ, ਪ੍ਰੋਵਾਈਡ ਪ੍ਰੋਪਰ ਟ੍ਰੇਨਿੰਗ ਟੂ ਵਰਕਰ ਟੂ ਮੇਕ ਦੈਮ ਸੇਫਟੀ ਕੌਨਸ਼ੀਅਸ ਐਂਡ ਟੀਚ ਦੈਮ ਪ੍ਰੋਪਰ ਆਪਣੇ ਕਿਹੜੇ ਇਕਵਿਪਮੈਂਟਸ, ਕਿਹੜੀਆਂ ਚੀਜ਼ਾਂ ਆਪਾਂ ਉਹਨਾਂ ਨੂੰ ਯੂਜ਼ ਕਰਦੇ ਪਏ ਨੇ, ਰੈਗੂਲਰ ਬੇਸਿਸ 'ਤੇ ਸਹੀ ਤਰੀਕੇ ਨਾਲ ਹੋਣੀਆਂ ਚਾਹੀਦੀਆਂ ਉਹ ਵੀ। ਨੈਕਸਟ ਆਪਣੇ ਕੋਲ ਹੋਰ ਕੀ ਕੰਮ ਹੁੰਦਾ, ਮੇਨਟੇਨਿੰਗ ਪ੍ਰੋਪਰ ਵਰਕਿੰਗ ਕੰਡੀਸ਼ਨ। ਹੁਣ ਦੇਖੋ ਜਦੋਂ ਵਰਕਰ ਜਿੱਥੇ ਕੰਮ ਕਰ ਰਹੇ ਹੈ, ਅਗਰ ਉਹਨਾਂ ਨੂੰ ਲਾਈਟਿੰਗ ਦੀ ਫੈਸਿਲਿਟੀ ਨਹੀਂ ਹੋਊਗੀ, ਠੀਕ ਹੈ, ਜਾਂ ਵੈਂਟੀਲੇਸ਼ਨ ਵਗੈਰਾ, ਜਾਂ ਉੱਥੋਂ ਦਾ ਐਟਮੋਸਫੇਅਰ ਨਹੀਂ ਵਧੀਆ, ਤਾਂ ਉਹਨਾਂ ਦਾ ਕੰਮ ਕਰਨ ਦਾ ਮਨ ਨਹੀਂ ਕਰੇਗਾ। ਤਾਂ ਆਪਣਾ ਇੱਥੇ ਮੇਨ ਉਹਨਾਂ ਨੂੰ ਕੀ ਹੁੰਦਾ ਕਿ ਆਪਾਂ ਉਹਨਾਂ ਨੂੰ ਪ੍ਰੋਪਰ ਹੀਟਿੰਗ, ਲਾਈਟਿੰਗ, ਵੈਂਟੀਲੇਸ਼ਨ, ਇਹ ਸਾਰੀਆਂ ਪ੍ਰੋਪਰ ਮੇਨਟੇਨ ਕਰਨੀ। ਮੇਨ ਇਹ ਵੀ ਕੰਮ ਹੁੰਦਾ ਸੁਪਰਵਾਈਜ਼ਰ ਦਾ। ਜੇ ਇਹ ਸਾਰਾ ਕੁਛ ਪ੍ਰੋਵਾਈਡ ਹੋਊਗਾ ਤਾਂ ਪ੍ਰੋਡਕਟੀਵਿਟੀ ਮੀਨਸ ਜੋ ਸੇਲਸ ਵਗੈਰਾ ਉਹਨਾਂ ਨੇ ਕਰਨੀ ਹੈ, ਜਾਂ ਜੋ ਕੰਮ ਕਰਨਾ ਵਾ, ਜੋ ਟਾਰਗੇਟਸ ਉਹ ਜਲਦੀ ਪੂਰੇ ਹੋ ਜਾਂਦੇ ਨੇ। ਫਿਰ ਆਪਣੇ ਕੋਲ ਕੀ ਹੈ, ਕਮਿਊਨੀਕੇਸ਼ਨ। ਜੋ ਆਪਾਂ ਉਹਨਾਂ ਨੂੰ ਕਮਿਊਨੀਕੇਟ ਕਰਨਾ, ਉਹ ਪ੍ਰੋਪਰ ਸਟਰੋਂਗ ਹੋਣਾ ਚਾਹੀਦਾ ਵਾ। ਜਾਂ ਤਾਂ ਕਹਿੰਦੇ ਆਪਣੇ ਕੋਲ ਡਾਊਨਵਰਡ ਹੋਵੇ, ਠੀਕ ਹੈ, ਸੁਪੀਰੀਅਰ ਟੂ ਸਬੋਰਡੀਨੇਟ, ਜਾਂ ਆਪਣੇ ਕੋਲ ਅਪਵਰਡ ਹੋਵੇ, ਸਬੋਰਡੀਨੇਟ ਟੂ ਸੁਪੀਰੀਅਰ, ਜਾਂ ਸਾਈਡਵੇਜ਼, ਮਤਲਬ ਆਪਣਾ ਪ੍ਰੋਪਰ ਟਾਈਮ ਟੂ ਟਾਈਮ ਇਹ ਚੱਲਦਾ ਰਹੇ। ਤਾਂ ਹੁਣ ਆਪਣਾ ਮੇਨ ਇਹਦੇ ਵਿੱਚ ਆਪਾਂ ਜੋ ਟੌਪਿਕਸ ਕਵਰ ਕੀਤੇ ਨੇ ਅੱਜ, ਉਹ ਆਪਣੇ ਕੀ ਸੀਗੇ, ਫੰਕਸ਼ਨਸ, ਕਿ ਇੱਕ ਸੁਪਰਵਾਈਜ਼ਰ ਦੇ ਕੀ ਫੰਕਸ਼ਨ ਹੁੰਦੇ ਨੇ, ਕੀ ਕੰਮ ਹੁੰਦੇ ਹੈ, ਐਂਡ ਉਹਨਾਂ ਦੀ ਕੀ ਪੋਜੀਸ਼ਨ ਹੁੰਦੀ ਹੈ, ਐਂਡ ਉਹਨਾਂ ਦੇ ਆਪਾਂ ਕੀ ਅਬਾਊਟ ਰੋਲ ਵਗੈਰਾ। ਸੁਪਰਵਾਈਜ਼ਰ ਹੁਣ ਆਪਣੇ ਕੋਲ ਦੇਖੋ ਲਾਸਟ ਟਾਈਮ ਇੱਕ ਵਾਰ ਤੁਹਾਨੂੰ ਫਿਰ ਡਿਸਕਸ਼ਨ ਕਰ ਰਹੇ ਹਾਂ ਮੀਨਿੰਗ। ਸੁਪਰਵਾਈਜ਼ਰ ਕੀ ਆਪਣਾ, ਉਹਨਾਂ ਨੂੰ ਆਪਾਂ ਦੱਸਣਾ ਜਦੋਂ ਵਰਕਰਸ ਪ੍ਰੋਪਰ ਤਰੀਕੇ ਨਾਲ ਕੰਮ ਕਰ ਰਹੇ ਆ, ਉਹਨਾਂ ਨੂੰ ਦੇਖਣਾ, ਇੰਸਟਰਕਸ਼ਨਸ ਪ੍ਰੋਵਾਈਡ ਕਰਨਾ, ਗਾਈਡੈਂਸ ਵਗੈਰਾ ਪ੍ਰੋਵਾਈਡ ਕਰਨਾ।